पंजाबी अदाकार दिलजीत दोसांझ की बंद होने वाली फिल्म से नया तनाज़ा जन्म ले गया। दिलजीत दोसांझ ने अपना पूरा कैरियर दांव पर लगा दिया। एक मूवी का रिलीज होना और पूरे मुल्क में हंगामा बरपा हो गया। ਹੋਰ ਸੁਣਾਓ ਤਬੀਤਾ ਠੀਕ ਹੈ। ਅੱਜ ਗੱਲਬਾਤ ਹੋਣੀ ਹੈ ਹਾਫਿਜ਼ ਦੇ ਨਾਲ ਫਿਲਮ ਪੰਜਾਬ 95 ਤੇ ਜਿਹਦਾ ਨਾਂ ਅਸੀਂ ਬਦਲ ਕੇ ਸਤਲੁਜ ਰੱਖਿਆ। ਸਾਡੀ ਫਿਲਮ ਦਾ ਹੀ ਰੋਲਾ ਕਿਉਂ ਹੈ? ਮੇਰੀ ਫਿਲਮ ਦਾ ਕੀ ਰੋਲਾ ਹੋਣਾ, ਹੋਰ ਮੈਂ ਸਨੀ ਦੇਵਲ ਨਾਲ ਰਲ ਜਾ। ਸਾਡੀ ਚਮਕੀਲਾ ਆਈ ਉਹ ਕੰਟਰੋਵਰਸ਼ਲ ਹੋ ਗਈ, ਤੁਹਾਡੀ ਹਾਨੀਆ ਅਮਰ ਨਾਲ ਫਿਲਮ ਆਈ ਹਾਏ ਉਹ ਹਾਏ ਕੰਟਰੋਵਰਸ਼ਲ ਹੋ ਗਈ। ਵਾਹ ਵਾਹ ਵਾਹ, ਹਾਨੀਆ ਅਮਰ ਯਾਦ ਕਰਾਤਾ। अस्सलाम वालेकुम हानिया अमर, की हाल तेरा? ਜਸਵੰਤ ਸਿੰਘ ਖਾਲੜਾ ਦੇ ਨਾਮ ਰੱਖਿਆ ਗਿਆ। ਜੇਕੇ ਭਾਜੀ ਦੀ ਜਿਹੜੀ ਖਿਦਮਤ ਨੇ ਉਹਦੇ ਉੱਤੇ ਫਿਲਮ ਬਣਾਈ ਅਸੀਂ। ਸੈਂਸਰ ਬੋਰਡ ਨੇ ਕਿਹਾ ਕਿ ਜੀ ਇਹ ਫਿਲਮ ਦਾ ਨਾਮ ਤੁਸੀਂ ਚੇਂਜ, ਫਿਰ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਕਿਹਾ ਗਿਆ ਇਸ ਫਿਲਮ ਵਿੱਚ 127 ਕੱਟ ਲਾ। ਹਾਂ, ਫਿਲਮ ਭਲਾ ਕਿੰਨੀ ਬਚਣੀ, ਸਟਾਰਟ ਟਾਈਟਲ ਤੇ ਐਂਡ ਟਾਈਟਲ। ਹਾਂ अस्सलाम वालेकुम, मेरा नाम उस्मान शफीक है और आप देख रहे हैं आप सबका अपना फैमिली शो नकलबाजियां। आज का नकलबाजियां रिकॉर्ड करने के लिए हम मौजूद हैं यूनाइटेड स्टेट ऑफ अमेरिका में। आप हैरान होंगे यूनाइटेड स्टेट ऑफ अमेरिका में आप क्यों आए हैं? हाँ, जिस पर्सनैलिटी का, जिस मेहमान का हम इंटरव्यू करने आए हैं वो इस टाइम मौजूद हैं USA यानी कि अमेरिका में। वो हैं दिलजीत दोसांझ। दिलजीत दोसांझ जो है, उनकी हर मूवी, जब भी कोई मूवी रिलीज होने वाली होती है तो वो कंट्रोवर्सी का शिकार क्यों हो जाती है? क्या मोदी उनसे इतना खौफजदा क्यों है? क्यों इंडियन सेंसर बोर्ड उनसे इतना खौफजदा है? और हाल ही में उनकी रिलीज होने वाली मूवी जो सोशल मीडिया पे अपलोड की गई और सोशल मीडिया पे अपलोड होते ही 48 घंटे बाद वो डिलीट कर दी गई। इन सारी चीज़ों पे बात करेंगे दिलजीत दोसांझ से। हमारे साथ रहिएगा। पंजाबी अदाकार दिलजीत दोसांझ की बंद होने वाली फिल्म से नया तनाज़ा जन्म ले गया। दोसांझ ने अपना पूरा कैरियर दांव पर लगा दिया। एक मूवी का रिलीज होना और पूरे मुल्क में हंगामा बरपा हो गया। भाई की हाल है तुहाडा? मैं ठीक ठाक, होर सुनाओ भी तुसीं ठीक हो? मैं दोसांझां वाले आ गए ते अपनी गल मना गए। होर सुनाओ तबीता ठीक है। ਅੱਜ ਗੱਲਬਾਤ ਹੋਣੀ ਹੈ ਹਾਫਿਜ਼ ਦੇ ਨਾਲ ਫਿਲਮ ਪੰਜਾਬ 95 ਤੇ ਜਿਹਦਾ ਨਾਂ ਅਸੀਂ ਬਦਲ ਕੇ ਸਤਲੁਜ ਰੱਖਿਆ। ਤੇ ਹੁਣ ਜਿਹੜੀ ਸਤਲੁਜ 'ਚ ਅਸੀਂ ਰੋੜ ਲੈਣਾ ਇਹਦੇ ਮੁਖਾਲਫਾਂ ਨੂੰ, ਉਹਦੇ ਬਾਰੇ ਡਿਸਕਸ ਕਰਨ ਲੱਗੇ ਹਾਂ। ਤੇ ਆਓ ਜ਼ਰਾ ਮੇਰੇ ਨਾਲ ਸਾਥ ਦਿਓ। ਬੰਦਾ ਬੜਾ ਡਾਢਾ ਹੈ, ਇੰਟਰਵਿਊ ਬੜੇ ਸਵਾਲ ਬੜੇ ਪੁੱਠੇ ਸਿੱਧੇ ਪੁੱਛਦਾ ਹੈ ਤੇ ਇਹਦੇ ਨਾਲ ਜ਼ਰਾ ਮੈਨੂੰ ਕੰਨ 'ਚ ਗੱਲ ਦੱਸਦੇ ਰਹਿਣਾ। ਹਾਂਜੀ ਹਾਫਿਜ਼ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ? ਮੈਂ ਠੀਕ ਠਾਕ, ਹੋਰ ਤੁਸੀਂ ਸੁਣਾਓ ਤਬੀਤਾਂ ਠੀਕ ਨੇ? ਮੈਂ ਬਿਲਕੁਲ ਵਧੀਆ। ਚਲੋ ਇੱਕ ਗਿਲਾ ਕਰਨਾ ਤੁਹਾਡਾ। ਦੱਸੋ, ਤੁਸੀਂ ਦੋ ਗਿਲੇ ਕਰੋ, ਦੱਸੋ। ਮੈਂ ਕਿਹਾ ਇੰਟਰਵਿਊ ਦੇਣ ਵਾਸਤੇ ਦੁਬਈ ਆ ਜਾਓ। ਹਾਂ। ਅਸੀਂ ਵੀ, ਸਾਡੇ ਵੀ ਨੇੜੇ ਪੈਂਦਾ ਵੇ, ਤੁਸੀਂ ਵੀ ਪਹੁੰਚ ਜਾਓਗੇ। ਹਾਂ, ਤੁਸੀਂ ਕਿ USA ਆਓ। ਸ਼ੁਕਰ ਹੈ ਤੁਹਾਡੇ ਨੇੜੇ ਤੇ ਦੁਬਈ ਤੋਂ ਜ਼ਿਆਦਾ ਇੰਡੀਆ ਪੈਂਦਾ, ਉੱਥੇ ਨਹੀਂ ਤੁਸੀਂ ਬੁਲਾ ਲਿਆ ਮੈਨੂੰ। ਇੰਡੀਆ ਨਹੀਂ ਤੁਸੀਂ ਜਾ ਸਕਦੇ? ਮੈਂ ਇਸ ਗੱਲ ਦੇ ਉੱਤੇ ਮੈਂ ਗੱਲ ਕਰਾਂਗਾ ਬਾਅਦ ਚ। ਹੁਣ ਪਹਿਲੇ ਆ ਸਤਲੁਜ ਚ ਅੱਛਾ ਪੰਜਾਬ 95 ਚ ਆ ਗਿਆ। ਇਹ ਜਿਹੜੀ ਬੈਨ ਕੀਤੀ ਹੈ ਸਾਡੀ ਫਿਲਮ OTT ਤੋਂ, ਉਹਦੇ ਤੇ ਆ, ਉਹਦੀ ਵਜ੍ਹਾ ਪੁੱਛ, ਉਹਦੀ ਕੋਈ ਵਜ੍ਹਾ ਦੱਸ, ਉਹਦੀ ਕੋਈ ਵਜ੍ਹਾ ਸੁਣ, ਉਹਦੇ ਮੁਖਾਲਫਾਂ ਦਾ ਨਾਂ ਸੁਣ, ਉਹਦੇ ਮੁਖਾਲਫਾਂ ਦਾ ਨਾਂ ਦੱਸ। ਲੱਗੇ ਮੌਤ ਕਿਉਂ ਪਿਆਰੀ ਹੁਣ ਜ਼ਿੰਦਗੀ ਤੋਂ ਜ਼ਿਆਦਾ। ਮੈਂ ਤਾਂ ਕਹਿੰਦੇ ਨੇ ਸਰਦਾਰ ਜਿਹੜੇ ਨੇ ਉਹਨਾਂ ਦੇ ਘਰ ਕੋਈ ਮਹਿਮਾਨ ਆਵੇ ਉਹ ਚਾਹ ਪਾਣੀ ਪੁੱਛਦੇ ਨੇ, ਤੇ ਮੈਂ ਤੁਹਾਡੇ ਕੋਲ ਮੈਂ ਤੈਨੂੰ ਚਾਹ ਵੀ ਪੁੱਛਾਂਗਾ ਤੇ ਪਾਣੀ ਵੀ ਪੁੱਛਾਂਗਾ ਨਹੀਂ ਪੁੱਛ ਰਹੇ ਤੇ ਤੁਸੀਂ। ਧਾਣੀ ਵੀ ਪੁੱਛਾਂਗਾ, ਨਹੀਂ ਪੁੱਛ ਰਹੇ। ਲੱਸੀ ਵੀ ਪੁੱਛਾਂਗਾ ਤੇ ਕੱਸੀ ਵੀ ਪੁੱਛਾਂਗਾ। ਇੱਕ ਮਿੰਟ ਯਾਰ ਗੱਲ ਸੁਣ ਮੁੰਡਿਆ, ਇੱਕ ਮਿੰਟ। ਹੈਲੋ, ਰਿਕਾਰਡਿੰਗ ਚੱਲ ਰਹੀ ਏ। ਉਹ ਕਾਕਾ ਉਹੀ ਗੱਲ ਮੁਕਾਣ ਆਇਆ ਜਿੱਥੇ ਬੜੀ ਬੜੀ ਸੋਹਣੀ ਗੱਲ ਹੋਣੀ ਆ ਤੇ ਤੁਸੀਂ ਸਾਰੇ ਵੇਖਣਾ ਸ਼ੁਰੂ ਕਰ ਦਿਓ। ਪੰਜਾਬ 95 ਕਿਉਂ ਬੈਨ ਕੀਤੀ? ਇਹ ਜਿਹਨੇ ਬੈਨ ਕੀਤੀ ਹੈ ਨਾ, ਉਹਦੀ ਫੈਮਿਲੀ ਅੱਜ ਕਰੇਗੀ ਬੈਨ। ਚਲੋ ਬੰਦ ਕਰ ਦਿਓ ਫੋਨ। ਉਹ ਬੰਦਾ ਕਹਿ ਰਿਹਾ ਬੰਦ ਕਰ ਦਿਓ, ਇਹਦੇ ਹੱਥ 'ਚ ਚਾਬੀ, ਕਿਤੇ ਸਿਗਨਲ ਨਾ ਬੰਦ ਕਰ ਦੇਵੇ। ਇਹ ਤੈਨੂੰ ਪਤਾ ਅੱਜ ਕੱਲ OTT ਪਲੇਟਫਾਰਮ ਡਿਜੀਟਲ ਹੋ ਗਿਆ, ਹਰ ਸ਼ੈ ਵੀ ਸੋਚਣਾ ਬੰਦ ਹੋ ਜਾਂਦੀ। ਤੁਹਾਡਾ ਇੰਟਰਵਿਊ ਵੀ ਡਿਲੀਟ ਹੋਇਆ ਹੋਵੇ। ਆ ਦੇਖ ਜ਼ਰਾ,
ਇੰਟਰਵਿਊ ਨਹੀਂ ਡਿਲੀਟ ਹੁੰਦਾ। ਕਿਉਂ? ਹਾਂ 1 ਮਿੰਟ ਫੇਰ ਫੋਨ ਨਾ ਆ ਜਾਵੇ, ਬੈਲ ਬੰਦ ਕਰਦੇ ਆ। ਹਾਂਜੀ ਹੁਣ ਪੁੱਛੋ। ਐਥਿਕਸ ਹੁੰਦੇ ਨੇ ਇੰਟਰਵਿਊ ਦੇਣ ਦੇ ਨਾ। ਹਾਂਜੀ ਹਾਂਜੀ ਤਾਂ ਸਹੀ ਤੁਹਾਡੀ ਫਿਲਮ ਦਾ ਮਤਲਬ ਹੈ ਡਿਲੀਟ ਕੀਤੀ ਗਈ ਹੈ। ਉਹ ਮੇਰੀ ਕਾਦੀ ਡਿਲੀਟ ਕੀਤੀ ਗਈ ਏ? ਪ੍ਰੋਡਿਊਸਰਾਂ ਨੇ ਡਿਲੀਟ ਕੀਤੀ, ਮੈਂ ਤੇ ਉਹ ਚ ਬੜੀ ਮਿਹਨਤ ਕੀਤੀ। ਤੁਸੀਂ ਪੈਸੇ ਵੀ ਬੜੇ ਲਿੱਤੇ ਉਹਦੇ। ਨਾ ਉਹਦੇ ਪੈਸੇ ਮੈਂ ਨਹੀਂ ਲਏ, ਉਹ ਮੈਂ ਆਪਣਾ ਜਿਹੜਾ ਸਾਡਾ ਹੈਗਾ ਨਾ ਸੱਚ, ਉਹ ਵਿਖਾਉਣ ਲਈ ਫਿਲਮ ਮੈਂ ਕੀਤੀ, ਉਹਦੇ ਮੈਂ ਪੈਸੇ ਨਹੀਂ ਲਏ। ਦਿਲਜੀਤ ਭਾਜੀ ਰੋਲਾ ਕੀ ਬਣਿਆ? ਰੋਲਾ ਬਸ ਤੈਨੂੰ ਪਤਾ ਹੈ, ਸ਼ਹਿਰ ਦੇ ਵਿੱਚ ਚੋਰੀ ਹੋਵੇ, ਪਿੰਡ 'ਚ ਬੰਦੇ ਗ੍ਰਿਫਤਾਰ ਕਰਨ ਚੱਲ ਜਾਂਦੇ, ਉਹ ਕੋਈ ਰੋਲਾ ਹੁੰਦਾ? ਰੋਲਾ ਹੁੰਦਾ ਤੇ ਗ੍ਰਿਫਤਾਰੀ ਹੁੰਦੀ ਹੈ ਨਾ। ਉਹ ਸ਼ਹਿਰ ਰਹਿੰਦੇ ਚੋਰੀ ਹੋਈ, ਪਿੰਡ ਦੇ ਵਿੱਚ ਐਵੇਂ ਬੰਦੇ ਫੜ ਮਾੜੇ ਤਾੜੇ ਜਿੰਨੇ ਨੇ ਚੁੱਕ ਅੰਦਰ ਕਰੀ ਜਾਂਦੇ। ਤੁਹਾਡੀ ਫਿਲਮ ਦਾ ਹੀ ਰੋਲਾ ਕਿਉਂ ਹੈ? ਮੇਰੀ ਫਿਲਮ ਦਾ ਕੀ ਰੋਲਾ ਹੋਣਾ? ਹੋਰ ਮੈਂ ਸਨੀ ਦੇਵਲ ਨਾਲ ਰਲ ਜਾ? ਤੁਹਾਡੀ ਚਮਕੀਲਾ ਆਈ, ਉਹ ਕੰਟਰੋਵਰਸ਼ਲ ਹੋ ਗਈ। ਤੁਹਾਡੀ ਹਾਨੀਆ ਅਮਰ ਨਾਲ ਫਿਲਮ ਆਈ, ਉਹ ਹਾਏ ਹਾਏ ਕੰਟਰੋਵਰਸ਼ਲ ਹੋ ਗਈ। ਵਾਹ ਵਾਹ ਵਾਹ, ਹਾਨੀ ਆਮਰ ਯਾਦ ਕਰਾਤਾ। अस्सलाम वालेकुम ਹਾਨੀ ਆਮਰ, ਕੀ ਹਾਲ ਤੇਰਾ? ਤਬੀਤਾਂ ਠੀਕ ਨੇ? ਤੂੰ ਕਿੱਡੀ ਬੇਵਫਾ ਹੈਗੀ ਹੈ, ਕਰਾਚੀ ਜਾ ਕੇ ਤੂੰ ਫੋਨ ਵੀ ਨਹੀਂ ਕੀਤਾ। ਆ ਮੇਰੀ ਫਿਲਮ ਬੈਨ ਹੋਈ, ਕੋਈ ਵੀਡੀਓ ਬਣਾ ਕੇ ਉੱਤੇ ਚਾੜੋ। ਸੈਂਸਰ ਬੋਰਡ ਨੇ ਕਿਹਾ ਹਾਂ ਕਿ ਇਹ ਫਿਲਮ ਦਾ ਨਾਮ ਬਦਲਤਾ ਜਾਵੇ। ਬਦਲ ਦਿੱਤਾ। ਤੁਸੀਂ ਪੰਜਾਬ 95 ਤੋਂ ਸਤਲੁਜ ਰੱਖਤਾ। ਸਤਲੁਜ ਰੱਖਤਾ, ਲੇਕਿਨ ਇਸ ਤੋਂ ਪਹਿਲੇ ਵੀ ਇਸ ਫਿਲਮ ਦਾ ਨਾਮ ਕੁਝ ਹੋਰ ਰੱਖਿਆ ਗਿਆ ਸੀ। ਬਸ ਕੀ ਦੱਸਾਂ ਤੈਨੂੰ, ਇਹ ਫਿਲਮ ਤੇ ਹੋ ਸਾਬ ਹੈਗੀ ਏ। ਮੱਲੇ ਚੋਂ ਨਿਕਲਿਆ ਕਿ ਬੰਦਾ, ਇੱਕ ਨੇ ਰੱਖਦਾ ਦਾ ਨਾਂ ਰੋਂਦੂ, ਇੱਕ ਨੇ ਰੱਖਦਾ ਬੋਂਦੂ, ਇੱਕ ਨੇ ਰੱਖਦਾ ਡੋਂਡੂ। ਇਹ ਤੇ ਉਹ ਸਾਬ ਹੋ ਗਿਆ, ਜਿਹੜੇ ਨਾਂ ਤੋਂ ਬੁਲਾਈ ਗਏ ਬੱਚਾ ਉਸ ਹਿਸਾਬ ਨਾਲ ਵੱਡਾ ਹੋ ਗਿਆ। ਜਸਵੰਤ ਸਿੰਘ ਖਾਲੜਾ ਦੇ ਨਾਮ ਰੱਖਿਆ ਗਿਆ। ਜੇਕੇ ਭਾਜੀ ਦੀ ਜਿਹੜੀ ਖਿਦਮਤ ਨੇ, ਉਹਦੇ ਉੱਤੇ ਫਿਲਮ ਬਣਾਈ ਅਸੀਂ। ਜੇਕੇ ਭਾਜੀ, ਜਸਵੰਤ ਸਿੰਘ ਖਾਲੜਾ ਸਾਹਿਬ ਦੇ ਨਾਂ ਤੇ। ਹਾਂ ਉਹਨਾਂ ਦੇ ਨਾਮ ਤੇ ਫਿਲਮ ਰੱਖੀ ਗਈ। ਸੈਂਸਰ ਬੋਰਡ ਨੇ ਕਿਹਾ ਕਿ ਜੀ ਇਹ ਫਿਲਮ ਦਾ ਨਾਮ ਤੁਸੀਂ ਚੇਂਜ ਕਰੋ, ਤੁਸੀਂ ਪੰਜਾਬ 95। ਇਹ ਇੱਕ ਵਾਰੀ ਹੋ ਗਿਆ, ਬਾਰ-ਬਾਰ ਪੁੱਛਣਾ। ਫਿਰ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਕਿਹਾ ਗਿਆ ਇਸ ਫਿਲਮ ਵਿੱਚ 127 ਕੱਟ ਲਾ। ਹਾਂ ਦੇਖਣਾ ਕੀ ਜ਼ੁਲਮ ਹੋਣ ਡਿਆ, 127 ਕੱਟ ਲਾ ਦੀ ਇਹ ਫਿਲਮ 'ਚ। ਇਹ ਤੇ ਉਹ ਹਿਸਾਬ ਹੈ, ਫਿਲਮ ਬਣਨ ਡਈ ਹੈ, ਬੱਕਰਾ ਬਣਨ ਡਿਆ ਜਿਹਦੇ ਕੱਟ ਲਾ ਕੇ ਤੇ ਕੜਾਈ ਗੋਸ਼ਤ ਬਣਾਣਾ। ਜਦੋਂ ਤੁਹਾਨੂੰ ਕੱਟਾਂ ਦਾ ਕਿਹਾ ਗਿਆ ਕਿ ਕੱਟ ਲਗਾ ਦਿਓ, ਤੇ ਤੁਸੀਂ ਪੁੱਛਿਆ ਨਹੀਂ ਕਿ ਭਾਈ ਵਜ੍ਹਾ ਕੀ ਹੈ, ਕਿਉਂ ਕੱਟ ਲਾਈ ਹੈ? ਉਹ ਵਜ੍ਹਾ ਉਹ ਦੱਸਦੇ ਨਹੀਂ ਸੀ, ਸਿਰਫ ਕਹਿੰਦੇ ਸੀ ਅਸੀਂ ਫਿਲਮ ਵੇਖੀ 127 ਕੱਟ ਲਾ ਦਿਓ। ਸਿਰਫ ਫਿਲਮ ਭਲਾ ਕਿੰਨੀ ਬਚਣੀ, ਸਟਾਰਟ ਟਾਈਟਲ ਤੇ ਐਂਡ ਟਾਈਟਲ। ਹਾਂ ਐਸੇ ਰਹੀ ਹੈ, ਸਹੀ ਕਹਿ ਰਹੇ ਹੋ। ਉਸ ਤੋਂ ਬਾਅਦ ਸਤਲੁਜ ਆ ਗਈ। ਉਸ ਤੋਂ ਬਾਅਦ ਫਿਰ ਇੱਕ ਬੰਦਾ ਹੈ ਖਾਨਾ ਖਰਾਬ ਦਾ ਪੁੱਤਰ, ਉਹਨੂੰ ਪਤਾ ਨਹੀਂ ਕਿਹੜਾ ਕੀੜਾ ਤੰਗ ਕਰਦਾ ਹੈ। ਉਹ ਕਿਹੜਾ? ਉਹ ਬਸ ਤੈਨੂੰ ਕੀ ਦੱਸਾਂ, ਉਹ ਕੋਈ ਨਾ ਕੋਈ ਪੰਗਾ ਲਈ ਰੱਖਦਾ ਹੈ। ਤੇ ਉਹਨੇ ਹੁਣ ਪਾਕਿਸਤਾਨ ਨਾਲ ਪਹਿਲੇ ਪੰਗਾ ਲਿਆ। ਸਹੀ। ਪਾਕਿਸਤਾਨ ਨੇ ਉਹਦੀ ਚੰਗੀ ਭਲੀ ਠੁਕਾਈ ਕੀਤੀ। ਅੱਛਾ। ਓ ਹੋ ਉਸ ਤੋਂ ਬਾਅਦ ਉਹਨੇ ਪੰਗਾ ਲੈ ਲਿਆ ਪਾਕਿਸਤਾਨ ਦੀ ਇੱਕ ਆਰਟਿਸਟ ਨਾਲ ਜਿਹਦਾ ਜ਼ਿਕਰ ਹੋਇਆ, ਹਾਨੀ ਆਮਰ। ਹਾਂਜੀ। ਉਹਦੇ ਨਾਲ ਪੰਗਾ ਲੈ ਲਿਆ ਜੀ, ਇਹਦੀ ਫਿਲਮ ਇੰਡੀਆ 'ਚ ਨਹੀਂ ਲੱਗੇਗੀ, ਇਹਦੀ ਫਿਲਮ ਇਹ ਕਿਤੇ ਸਕਰੀਨ 'ਚੋਂ ਨਿਕਲ ਕੇ ਸਾਡਾ ਰਾਫੇਲ ਫੇਰ ਨਾ ਤਬਾਹ ਕਰ ਦੇਵੇ। ਉਹ ਡਰਿਆ, ਤੈਨੂੰ ਪਤਾ। ਹੁਣ ਉਸ ਬੰਦੇ ਨੇ ਪੰਗਾ ਪਾ ਲਿਆ ਹਕੀਕਤ ਦੇ ਨਾਲ। ਅੱਛਾ। ਸੱਚਾਈ ਦੇ ਨਾਲ। ਠੀਕ ਹੈ। ਦੇਖ, ਹਕੀਕਤ ਨਾ ਕੋਈ ਛੁਪਾ ਸਕਿਆ, ਸੱਚਾਈ ਨਾ ਕੋਈ ਲੁਕਾ ਸਕਿਆ। ਬਿਲਕੁਲ ਠੀਕ। ਹੁਣ ਫਿਲਮ ਦੇ ਥਰੂ ਅਸੀਂ ਹਕੀਕਤ ਦੱਸੀ, ਜੇ ਉਹ 'ਚ ਝੂਠ ਹੈਗਾ ਸਾਨੂੰ ਫੜ ਲਓ, ਜੇ ਉਹ ਸੱਚ ਹੈਗਾ ਤੇ ਫਿਰ ਉਹਨੂੰ ਚੱਲਣ ਦਿਓ। ਲੱਗੇ ਮੌਤ ਕਿਉਂ ਪਿਆਰੀ, ਹੁਣ ਜ਼ਿੰਦਗੀ ਤੋਂ ਜ਼ਿਆਦਾ। ਫਿਲਮ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਤੁਸੀਂ ਇਸ ਫਿਲਮ ਦੀ ਪ੍ਰਮੋਸ਼ਨ ਨਹੀਂ ਕੀਤੀ। ਮੈਂ ਡਿਲੀਟ ਹੋਣ ਤੋਂ ਬਾਅਦ ਤੁਸੀਂ 1.5 ਘੰਟੇ ਦਾ ਇੱਕ ਵੀਲੌਗ ਕੀਤਾ ਆਪਣੇ ਫੈਨਸ ਦੇ ਨਾਲ, ਤੇ ਤੁਸੀਂ ਉਹਨਾਂ ਨੂੰ ਕਿਹਾ ਫਿਲਮ ਤੇ ਹੁਣ ਲੱਗ ਗਈ ਏ, ਇਹਨੂੰ ਸੇਵ ਕਰ ਲਓ ਐਂਡ ਡਾਊਨਲੋਡ ਕਰ ਲਓ, ਇਹਨੂੰ ਘਰਾਂ 'ਚ ਵੇਖੋ। ਓਹੋ ਮੇਰੀ ਤੁਸੀਂ ਗੱਲ, ਤੁਸੀਂ ਭਲਾ ਕੀ ਤੁਹਾਡੇ ਜ਼ਿਹਨ 'ਚ ਪ੍ਰਮੋਸ਼ਨ ਭਲਾ ਕੀ ਫਸੀ ਕਿ ਮੈਂ ਹਰ ਜਗ੍ਹਾ ਤੇ ਜਾ ਕੇ ਨੱਚਾਂ, ਖੁੱਲੇ ਪਹੁੰਚਿਆਂ ਵਾਲੀ ਪੈਂਟ ਪਾ ਕੇ, ਥੱਲੇ ਧੋਤੀ ਦੇ ਨਾਲ ਜੋਗਰ ਪਾ ਕੇ ਨੱਚਾਂ? ਜੋ ਤੁਹਾਡਾ ਕੰਮ ਹੈ ਉਹੀ ਕਰਨਾ। ਓਏ ਮੇਰੀ ਗੱਲ ਸੁਣ, ਉਹ ਫਿਲਮ ਦੀ ਪ੍ਰਮੋਸ਼ਨ ਬਾਜ਼ ਔਕਾਤ ਇੱਕ ਵੀਲੌਗ ਨਾਲ ਇੰਨੀ ਹੋਈ ਜਾਂਦੀ। ਦੱਸ ਮੈਨੂੰ ਜ਼ਰਾ, ਇੰਨੀ ਵੱਡੀ ਪ੍ਰਮੋਸ਼ਨ ਕਦੀ ਹੋਈ? ਇੱਕ ਵੀਲੌਗ ਇੰਸਟਾ ਤੇ ਪਾਇਆ ਤੇ ਦਮਾ ਦਮ ਹੋ ਗਈ। ਤੁਸੀਂ ਸੈਂਸਰ ਬੋਰਡ ਵਾਲਿਆਂ ਕੋਲ ਪੁੱਛਿਆ ਕਿ ਇਹ ਫਿਲਮ ਤੇ ਤੁਸੀਂ ਕਿਉਂ ਇੰਨੀਆਂ ਪਾਬੰਦੀਆਂ ਲਾਉਂਦੇ? ਓਹੋ ਆਫਤ ਜੀ, ਤੁਹਾਨੂੰ ਕੀ ਦੱਸੀਏ। ਦੱਸੋ। ਇਹ ਸੈਂਸਰ ਬੋਰਡ ਵਾਲੇ ਜਿਹੜੇ ਬੰਦੇ ਨੇ, ਉਹਨਾਂ ਨੂੰ ਅਸੀਂ ਨਹੀਂ ਪੁੱਛਣਾ, ਉਹਨਾਂ ਨੂੰ ਇੱਕ ਦਿਨ ਗੁਰੂਆਂ ਨੇ ਪੁੱਛਣਾ। ਹੋਰ ਅਸੀਂ ਨਹੀਂ। ਉਹਨੂੰ ਜਿਹਨੇ ਦੱਸਿਆ ਨਾ ਕਿ ਇਸ ਫਿਲਮ ਨਾਲ ਐਂਡ ਕਰ, ਉਹਨੂੰ ਤੇ ਜਿਹਨੇ ਕੀਤਾ ਉਹਨੂੰ, ਇਹ ਦੋਵਾਂ ਨੂੰ ਗੁਰੂਆਂ ਪੁੱਛਣਾ। ਕੌਣ ਹੈ ਉਹ? ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਹੈ। ਤੁਸੀਂ ਦੱਸੋ। ਉਹ ਜਿਹਨੇ ਅੱਜ ਕੱਲ ਡਿਜੀਟਲ ਇੰਡੀਆ ਕੀਤਾ ਹੋਇਆ, ਉਹ ਹੀ ਦਰਿੰਦਰ ਸੰਦੂਰ ਮੋਦੀ। ਕੌਣ? ਮੋਦੀ। ਇਸ ਤਰ੍ਹਾਂ ਨਾ ਲੋਗੋ ਨਾ, ਡਰਦੇ ਕਿਉਂ? ਮੈਂ ਕਿੱਥੇ ਡਰਨ ਡਿਆ? ਡਰ ਰਹੇ ਹੋ ਤੁਸੀਂ। ਉਹ ਮੈਂ ਯੂਨਾਈਟਿਡ ਸਟੇਟ 'ਚ ਬਹਿ ਕੇ ਵੀ ਜੇ ਡਰਨਾ ਹੈ, ਉਹ ਬਗਲੇ ਜੇ ਕੋਲੋਂ। ਤੁਸੀਂ 1.5 ਘੰਟੇ ਦਾ ਵੀਲੌਗ ਕੀਤਾ। ਹਾਂਜੀ। ਉਹ 1.5 ਘੰਟੇ ਦਾ ਵੀਲੌਗ
ਤੁਹਾਨੂੰ ਕਿਸੇ ਨੇ ਕਰਵਾਇਆ ਜਾਂ ਤੁਹਾਨੂੰ ਆਪੇ ਖਿਆਲ ਆਇਆ ਕਿ ਮੈਂ ਪੈਸੇ ਫੜੇ ਨੇ, ਮੈਂ ਫਿਲਮ ਦੇ ਤੇ ਥੋੜੀ ਜੀ ਪ੍ਰਮੋਸ਼ਨ ਮੈਂ ਇਸ ਤਰ੍ਹਾਂ ਕਰ ਦਵਾਂ, ਜਾਂ ਪੂਰਾ ਪ੍ਰੀ ਪਲਾਨ ਕੀਤਾ ਤੁਸੀਂ? ਨਹੀਂ ਯਾਰ, ਫੇਰ ਉਹੀ ਗੱਲ ਕਰੀ ਜਾਣ ਡਏ ਹੋ ਭਾਜੀ। ਮੇਰੀ ਗੱਲ ਸੁਣੋ ਉਸਮਾਨ ਸਾਹਿਬ, ਮੈਂ ਇਸ ਦੇ ਕੋਈ ਪੈਸੇ ਨਹੀਂ ਫੜੇ। ਅੱਛਾ, ਨਾ ਮੈਂ ਫਿਲਮ ਲਈ, ਮੇਰਾ ਨੋਬਲ ਕਾਜ਼ ਸੀ, ਉਹਦੇ ਲਈ ਮੈਂ ਫਿਲਮ ਕੀਤੀ। ਨੋਬਲ ਕਾਜ਼? ਓਏ ਆਹੋ, ਸੱਚਾਈ ਲੋਕਾਂ ਤੱਕ ਪਹੁੰਚੇ ਜਿਹੜੇ। ਕੀ ਸੱਚਾਈ ਦਿਖਾਈ ਤੁਸੀਂ ਫਿਲਮ ਵਿੱਚ? ਉਹ ਸੱਚਾਈ ਤੂੰ ਫਿਲਮ ਵੇਖੀ ਜੀ ਦੇਖੀ। ਤੇ ਫਿਰ ਮੈਨੂੰ ਦੱਸ ਉਹ ਚ ਝੂਠ ਕੀ ਹੈ? ਮੈਂ ਤੁਹਾਡਾ ਇੰਟਰਵਿਊ ਇੰਨੀ ਦੂਰ ਐਸਵੇ ਤੋਂ ਕਰਨ ਆਇਆ, ਮੈਂ ਤੁਹਾਡੇ ਮੂੰਹ ਸੁਣਨਾ ਚਾਹ ਰਿਹਾ। ਮੈਂ ਉਹਦੇ ਚ ਜੋ ਜ਼ੁਲਮ ਜ਼ਿਆਦਤੀ ਹੋਈ, ਕੀ ਹੋਇਆ? ਉਹ 25,000 ਬੰਦਾ ਉਹਨਾਂ ਨੇ ਸਾੜ ਕੇ ਸੁਆਹ ਕਰ ਦਿੱਤਾ। ਲੇਕਿਨ ਤੁਸੀਂ ਇਹ ਫਿਲਮ ਜਿਹੜੀ ਮੈਂ ਰਿਸਰਚ ਕੀਤੀ, ਉਹ ਕਹਿੰਦੇ ਆ ਤੇ ਜਸਵੰਤ ਸਿੰਘ ਖਾਲੜੇ ਤੇ ਬਣੀ, ਉਹਨੇ ਇਹ ਇਸ਼ੂ ਨੂੰ ਹਾਈਲਾਈਟ ਕੀਤਾ। ਹਾਂ, ਤੁਸੀਂ ਜਸਵੰਤ ਸਿੰਘ ਖਾਲੜੇ ਦਾ ਰੋਲ ਰੋਲ ਕੀਤਾ ਫਿਲਮ ਦੇ। ਉਹ ਬੈਂਕ ਦੇਖੋ ਯਾਰ, ਗੱਲ ਸੁਣੋ, ਲੋਕਾਂ ਨੂੰ ਇੱਥੇ ਸਮਝ ਨਹੀਂ ਆਂਦੀ। ਉਹ ਇੱਕ ਬੈਂਕ ਮੁਲਾਜ਼ਮ, ਬੈਂਕ ਅਫਸਰ ਨੇ ਹੋ ਕੇ ਇਹਦੇ ਪਿੱਛੇ ਸਾਰੀ ਰਿਸਰਚ ਕੀਤੀ ਕਿ ਇਹ ਬੰਦੇ ਜਾਣ ਕਿੱਥੇ ਡੇ ਨੇ। ਸਹੀ। ਉਹਨੂੰ ਜਦੋਂ ਲੱਭ ਲਿਆ, ਫਿਰ ਉਹਨੂੰ ਚੁੱਕ ਕੇ ਪਤਾ ਨਹੀਂ ਲੋਕੀ ਮਾਰੀ ਜਾਣ ਡੇ ਸਨ ਉਹਦੇ ਵਿੱਚ। ਬਸ ਤੈਨੂੰ ਪਤਾ ਉਦੋਂ ਦੀ ਹੁਕੂਮਤਾਂ ਜ਼ਾਲਮ ਹੁੰਦੀਆਂ ਨੇ। ਅੱਛਾ। ਤੇ ਬਸ ਉਹ ਜ਼ੁਲਮ ਦਿਖਾਇਆ ਸੀ, ਉਹਦੇ ਝੂਠ ਕੋਈ ਨਹੀਂ ਹੈਗਾ। ਇਹ ਚਾਹੁੰਦੇ ਨੇ ਕਿ ਅਸੀਂ ਉਹ ਫਿਲਮ ਜਿਹੜੀ ਏ ਉਹ ਲੋਕਾਂ ਤੱਕ ਸੱਚ ਨਾ ਪਹੁੰਚੇ। ਉਦੋਂ ਦੀਆਂ ਹਕੂਮਤਾਂ ਜ਼ਾਲਮ ਹੁੰਦੀਆਂ ਸੀ। ਬਾ ਉਦੋਂ ਦੀਆਂ ਕੀ ਹੁਣ ਦੀਆਂ ਵੀ। ਹਾਂ, ਅੱਲਾਹ ਤੁਹਾਡਾ ਭਲਾ ਕਰੇ। ਇਹਨਾਂ ਨੇ ਨਾਰਾ ਲਾਇਆ ਆਪਣੇ ਵੱਲੋਂ ਕਿ ਡਿਜੀਟਲ ਇੰਡੀਆ। ਇਹ ਡਿਜੀਟਲ ਇੰਡੀਆ ਦਾ ਮਤਲਬ ਇਹ ਹੈਗਾ ਕਿ ਤੁਸੀਂ, ਮੇਰਾ ਮਕਸਦ ਇਹ OTT ਪਲੇਟਫਾਰਮਾਂ ਤੋਂ ਲੋਕਾਂ ਦੀਆਂ ਫਿਲਮਾਂ ਉਡਾਈ ਜਾਓ। ਇੱਕ ਬੰਦਾ ਚੰਗਾ ਭਲਾ ਇੰਜ ਕਰਕੇ ਵੇਖਣ ਡਿਆ, ਫਿਲਮ 'ਚ ਖੁੱਬਿਆ, ਉਹ ਕੜਚ ਕਰਕੇ ਇੰਜ ਬੱਤੀ ਬੰਦ ਹੋਈ ਮੋਬਾਈਲ ਦੀ। ਮੋਦੀ ਖੌਫਜ਼ਦਾ ਕਿਉਂ ਤੁਹਾਡੇ ਕੋਲ ਇੰਨਾ? ਮੋਦੀ ਮੇਰੇ ਕੋਲ ਨਹੀਂ ਖੌਫਜ਼ਦਾ, ਮੋਦੀ ਸੱਚ ਕੋਲੋਂ ਖੌਫਜ਼ਦਾ ਹੈ। ਸੱਚ ਇਹ ਵੇ ਕਿ ਮੋਦੀ ਦਾ ਰਾਫੇਲ ਤਬਾਹ ਹੋਇਆ ਕਿਹਨੇ ਕੀਤਾ? ਅਸੀਂ। ਓਏ ਅਸੀਂ ਕੀ, ਦੱਸ ਪਾਕਿਸਤਾਨ ਨੇ ਕੀਤਾ। ਪਾਕਿਸਤਾਨ ਦੀ ਆਰਮੀ ਨੇ ਠੋਕਿਆ ਮੋਦੀ ਦਾ S-400 ਵੀ ਠੋਕਿਆ, ਰਾਫੇਲ ਵੀ ਠੋਕਿਆ। ਨਾਲ ਉਂਝ ਜਾ ਕੇ ਤੁਹਾਡੇ ਪਾਇਲਟਾਂ ਨੇ ਵੀ ਇੰਡੀਆ ਦੇ ਵਿੱਚ ਵੜ ਕੇ ਮੋਦੀ ਨੂੰ ਠੋਕਿਆ, ਉਹਨਾਂ ਦੀ ਨਾਲ ਉਹਨਾਂ ਦੀ ਫਜ਼ਾਈਆ ਨੂੰ ਠੋਕਿਆ। ਮੈਨੂੰ ਫਖਰ ਹੈ ਮੈਂ ਪਾਕਿਸਤਾਨੀ ਹਾਂ। ਸ਼ੁਕਰ ਹੈ। ਇਹ ਫੌਜ ਮੇਰੀ, ਮੈਨੂੰ ਇਹਦੇ ਤੇ ਫਖਰ ਹੈ, ਮੈਨੂੰ ਆਪਣੀ ਗਵਰਨਮੈਂਟ ਤੇ ਫਖਰ ਹੈ। ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਫਖਰ ਹੈ ਹਿੰਦੁਸਤਾਨੀ ਹੋਣ ਤੇ? ਨਹੀਂ, ਦੇਖੋ ਅਸੀਂ ਤੇ ਖਾਲਿਸਤਾਨੀ ਹਾਂ। ਖਾਲਿਸਤਾਨੀ? ਹਾਂ, ਖਾਲਿਸਤਾਨੀ। ਜੋ ਤੁਸੀਂ ਪਾਕਿਸਤਾਨੀ, ਹਾਂਜੀ। ਅਸੀਂ ਖਾਲਿਸਤਾਨੀ, ਉਹ ਦੋਵੇਂ ਭਾਈ ਭਾਈ। ਯਾਨੀ ਕਿ ਤੁਸੀਂ ਇਹ ਤਹਿਰੀਕ ਚਲਾ ਰਹੇ ਹੋ ਅਲੱਗਾ ਸੂਬਾ ਬਣਨ ਦੀ? ਯਾਰ ਸਾਰਿਆਂ ਨੂੰ ਪਤਾ, ਕੋਈ ਨਵੀਂ ਗੱਲ ਕਰ, ਬਸ ਤੂੰ ਦੁਆ ਕਰ, ਨੇਕ ਆਦਮੀ ਲੱਗਣਾ, ਜਿੱਡਾ ਤੇਰਾ ਰੰਗ ਚਿੱਟਾ, ਤੇਰੀ ਦੁਆ ਕਬੂਲ ਹੋ ਜਾਣੀ ਹੈ ਤੇ ਬਣ ਜਾਵੇ ਖਾਲਿਸਤਾਨ। ਤੇ ਫਿਰ ਦੱਸਾਂਗੇ ਮੋਦੀ ਨੂੰ। ਉਹ ਜਿਹੜਾ ਤੁਹਾਡਾ ਭਗਵੰਤ ਮਾਨ ਹੈ, ਤੁਸੀਂ ਉਹਨੂੰ ਵਜ਼ੀਰ ਆਜ਼ਮ ਬਣਾਓਗੇ ਫਿਰ ਖਾਲਿਸਤਾਨ ਦਾ? ਓ ਹੋ ਭਰਾ ਜੀ ਜਿਹੜੇ ਨੇ, ਭਾਜੀ ਸਤਿ ਸ੍ਰੀ ਅਕਾਲ। ਭਾਜੀ ਕੀ ਹਾਲ ਹੈ ਤੁਹਾਡਾ? ਭਾਜੀ 600 ਯੂਨਿਟ ਬਿਜਲੀ ਫ੍ਰੀ ਕਰਕੇ ਤੁਸੀਂ ਦਿਲ ਜਿੱਤ ਲਏ ਆਵਾਮ ਦੇ। ਤੇ ਥੋੜੀ ਜੀ ਹੁਣ ਕੋਸ਼ਿਸ਼ ਕਰੋ, ਇਹ ਮੇਰੀ ਫਿਲਮ ਵੀ ਆਪਣੇ ਪੰਜਾਬ 'ਚ ਵਿਖਾਈ ਜਾਓ ਜ਼ਰਾ, ਹੌਲੀ ਹੌਲੀ ਲੋਕਾਂ ਨੂੰ। ਉਹ ਜਿਹਨੂੰ ਸ਼ਟਰ ਚੁੱਕ ਕੇ ਨਹੀਂ ਦਾਂਦੇ ਇਸ ਫਿਲਮ, ਉਹ ਦਿਖਾਈ ਜਾਓ ਜ਼ਰਾ। ਤੁਹਾਡੇ ਨਾਲ ਜਿਸ ਟਾਈਮ ਰਾਈਟਰ ਨੇ ਇਹ ਸਟੋਰੀ ਡਿਸਕਸ ਕੀਤੀ, ਹਾਂ, ਤੁਸੀਂ ਜਸਵੰਤ ਸਿੰਘ ਖਾਲੜਾ ਨੂੰ ਜਿਹੜਾ ਪੂਰਾ ਉਹਦੀ ਰਿਸਰਚ ਕੀਤੀ, ਪ੍ਰੈਜ਼ੈਂਟ ਕਰ ਰਹੇ ਆ ਉਹਦਾ ਰੋਲ ਮੈਂ ਭਾਜੀ ਦਾ। ਤੁਹਾਨੂੰ ਪਤਾ ਹੈਗਾ ਉਹ ਕੀ ਕਰਦੇ, ਤੁਸੀਂ ਗੈਟਅਪ ਵੀ ਕੀਤਾ, ਤੁਸੀਂ ਹਰ ਚੀਜ਼ ਕੀਤੀ। ਹਾਂਜੀ। ਤੁਹਾਨੂੰ ਉਸ ਟਾਈਮ ਨਹੀਂ ਲੱਗਾ ਕਿ ਇਹ ਫਿਲਮ ਜਿਹੜਾ ਕੰਟਰੋਵਰਸੀ ਦਾ ਸ਼ਿਕਾਰ ਹੋ ਜਾਏਗੀ ਜਾਂ ਕਿਸੇ ਦੇ ਖਿਲਾਫ ਬਣਾਈ ਜਾ ਰਹੀ ਹੈ? ਇਹ ਹਕੀਕਤ ਤੁਹਾਡੇ ਮੋਦੀ ਨੂੰ ਤਾਂ ਹਕੀਕਤ ਉਹ ਪਸੰਦ ਆਣਾ ਹੈ ਹੀ ਨਹੀਂ। ਦੇਖੋ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਭਾਜੀ ਕਿ ਸੱਚ ਨੂੰ ਆਂਚ ਨਹੀਂ। ਠੀਕ ਹੈ ਨਾ? ਓਏ ਸੱਚ ਆਣਾ ਹੀ ਸੀ ਦੁਨੀਆ ਦੇ ਉੱਤੇ ਸਾਹਮਣੇ, ਲੋਕਾਂ ਦੇ ਸਾਹਮਣੇ। ਉਹ ਜਿਹੜੇ ਲੋਕ 96 97 98 99 2000 ਚ ਪੈਦਾ ਹੋਏ, ਉਹਨਾਂ ਨੂੰ ਕੀ ਪਤਾ ਹੋਵੇ 50 95 ਦੇ ਵਿੱਚ 90 ਦੇ ਵਿੱਚ ਕੀ ਜ਼ੁਲਮ ਜ਼ਬਰ ਹੋਇਆ। ਜਿਹੜੀ ਤੁਹਾਡੀ ਫਿਲਮ ਡਿਲੀਟ ਹੋਈ ਹੈ, ਇਹਦੇ ਖਿਲਾਫ ਆਵਾਜ਼ ਚੁੱਕੋਗੇ? ਹੋਰ ਮੈਂ ਇੱਥੇ ਕੀ ਆਪਣੀ ਫੁੱਫੀ ਦੇ ਵਿਆਹ ਤੇ ਆ ਕੇ ਨੱਚਣ ਡਿਆ? ਸਾਨੂੰ ਇੰਝ ਲੱਗ ਰਿਹਾ ਮੈਂ ਇਹ ਉਹ ਫਿਲਮ ਦੀ ਹੀ ਗੱਲ ਕਰਨ ਡਿਆ। ਸਾਨੂੰ ਇੰਝ ਲੱਗ ਰਿਹਾ ਜਿਵੇਂ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਫਿਲਮ ਦੀ। ਤੁਹਾਡੀ ਫਿਲਮ ਹੋ ਸਕਦਾ ਕਿ ਰਿਲੀਜ਼ ਹੋ ਕੇ ਇੰਨੀ ਹਿੱਟ ਨਾ ਹੁੰਦੀ ਜਿੰਨੀ ਹੁਣ ਕੰਟਰੋਵਰਸ਼ੀਅਲ ਹੋ ਕੇ ਰਿਲੀਜ਼। ਦੇਖ ਯਾਰ ਮੇਰੀ ਗੱਲ ਸੁਣ, ਮੈਨੂੰ ਇਹੋ ਜੀ ਕਿਸੇ ਚਲਾਕੀ ਦੀ ਲੋੜ ਨਹੀਂ ਹੈ। ਠੀਕ ਹੈ ਨਾ? ਮੈਂ ਕੈਨੇਡਾ ਦੇ ਵਿੱਚ ਸ਼ੋਅ ਕਰਨਾ, 60,000 ਬੰਦਾ ਉੱਤੇ ਮਹਿਮਾਨ ਆਇਆ ਹੁੰਦਾ ਸਾਡਾ ਪੇੜ। ਤੇ ਜਿਹੜਾ ਵਜ਼ੀਰ ਆਜ਼ਮ ਸਾਡਾ ਮੋਦੀ ਹੈਗਾ, ਉਹਨੂੰ ਚਾਵਲ ਬਿਰਿਆਨੀ ਦੀ ਪਲੇਟ ਦੇ ਉੱਤੇ ਕੋਈ ਮੁਫਤ ਵੇਖਣ ਨਹੀਂ ਆਉਂਦਾ। ਇਹ ਮੈਨੂੰ ਹਜ਼ਾਰਾਂ ਡਾਲਰ ਦੀ ਟਿਕਟ ਲੈ ਕੇ ਉੱਥੇ ਵੇਖਣ ਆਉਂਦੇ ਨੇ। ਮੈਨੂੰ ਇਹੋ ਜਿਹੇ ਕਿਸੇ ਸਟੰਟ ਦੀ ਲੋੜ ਨਹੀਂ ਤੇ ਇਹ ਨਾ ਇਹਨੂੰ ਇਹੋ ਜਿਹਾ ਬਣਾ। ਅਸੀਂ ਤੇ ਹੱਕ ਦੀ ਆਵਾਜ਼ ਤੇ ਲੱਗੇ ਆ ਤੇ ਤੂੰ ਹੀ ਸਾਡੇ ਨਾਲ ਖਲੋ। ਤੁਹਾਡੇ ਨਾਲ ਖਲੋਤਾ ਹੈ? ਕਿੱਥੇ ਖਲੋਤਾ ਬੈਠਾ ਹੈ ਤੂੰ? ਤੁਹਾਡਾ ਇੰਟਰਵਿਊ ਕਰਨ ਆਇਆ ਇੰਨੀ ਦੂਰ ਮੈਂ। ਆ ਤੇ ਫਿਰ ਗੱਲ ਦੱਸ, ਤੂੰ ਵੀ ਦੱਸ ਆਪਣੀ ਆਵਾਮ ਨੂੰ ਫਿਲਮ ਵੇਖ ਕੇ
ਤੇ ਫੀਡਬੈਕ ਦਿਓ। ਤਾਂ ਮੋਦੀ ਦੇ ਤੁਸੀਂ ਇੰਨੇ ਖਿਲਾਫ ਕਿਉਂ? ਤੁਸੀਂ ਇਹ ਸਵਾਲ ਦਾ ਖੁੱਲ ਕੇ ਜਵਾਬ ਨਹੀਂ ਦੇ ਰਹੇ ਮੈਨੂੰ। ਯਾਰ ਹੁਣ ਖੁੱਲ ਕੇ ਮੈਂ ਆਪਣਾ ਕੋਟ ਪਾੜ ਲਵਾਂ, ਐਨਕ ਤੋੜ ਲਵਾਂ, ਹੋਰ ਨਾਲ ਮੈਂ ਆਪਣੀਆਂ ਉਂਗਲਾਂ ਚੱਬ ਲਵਾਂ, ਹੋਰ ਮੈਂ ਕੀ ਦੱਸਾਂ? ਮੋਦੀ ਦੀ ਮੈਂ ਧੁਆਈ ਦੱਸਦੀ। ਅਗਲੀ ਫਿਲਮ ਬਣਾਣੀ ਮੈਂ ਰਾਫੇਲ, ਉਹ ਵੀ ਬੈਨ ਕਰਕੇ ਵਿਖਾਵੇ। ਉਸ ਤੋਂ ਬਾਅਦ ਅਗਲੀ ਬਣਾਵਾਂਗਾ S-400, ਉਹ ਵੀ ਬੈਨ ਕਰਕੇ ਵਿਖਾਵੇ। ਉਸ ਤੋਂ ਬਾਅਦ ਮੈਂ ਬਣਾਵਾਂਗਾ ਪਾਕਿਸਤਾਨ ਨੇ ਠੋਕਾ, ਅੱਗੇ ਮੋਦੀ ਦੀ ਫੋਟੋ ਲਾ ਕੇ, ਉਹ ਵੀ ਬਣਾਵਾਂਗਾ। ਅੱਛਾ, ਹਾਂ, ਕਿੰਨੀਆਂ ਕੀ ਫਿਲਮਾਂ ਬੈਨ ਕਰੇਗਾ? ਜਿਨ੍ਹਾਂ ਦਾ ਤੁਸੀਂ ਨਾਮ ਨਹੀਂ ਦੇਣਾ ਸਾਰੀਆਂ ਹੀ ਬੈਨ ਹੋਣੇ ਦੱਸ ਰਹੇ ਉਹ ਨਹੀਂ, ਬੈਨ ਕੀ ਹੋਣੀਆਂ ਲੋਕਾਂ ਨੂੰ ਦੱਸਾਂਗਾ। ਅਰਬਾਂ ਡਾਲਰ ਦਾ S-400 ਬੜੋਸ, ਅਰਬਾਂ ਡਾਲਰ ਦਾ ਰਾਫੇਲ ਤਿਆਰਾ ਬੜੋਸ। ਸਾਰੀਆਂ ਸਟੋਰੀਆਂ ਝੂਠੇ ਦਾਅਵੇ, ਝੂਠਾ ਸਾਰਾ ਲੈ ਕੇ 56 ਇੰਚ ਦਾ ਸੀਨਾ ਫਿਰਨ ਡਿਆ। ਇੰਨਾ ਕੀ ਦਿਲ ਹੈਗਾ ਇਹਦੇ ਚ? 56 ਇੰਚ ਦਾ ਸੀ। ਹਾਂ, ਉਹ ਮੈਨੂੰ ਲੱਗਦਾ ਜਿਹੜਾ ਇਹਦਾ ਮੋਦੀ ਦਾ 56 ਇੰਚ ਦਾ ਸੀਨਾ ਮਸ਼ਹੂਰ ਹੈ ਨਾ, ਉਹ ਮੈਨੂੰ ਲੱਗਦਾ ਮੋਦੀ ਦੇ ਸੀਨੇ ਦਾ ਨਾਪ ਨਹੀਂ ਲਿਆ, ਉਹ ਢਿੱਡ ਦਾ ਨਾਪ ਲੈ ਕੇ ਤੇ ਉਹਨਾਂ ਨੇ ਕਹਿਤਾ 56 ਇੰਚ ਨੇ ਸੀਨਾ ਕਹਿਣਾ ਸ਼ੁਰੂ ਕਰਤਾ। ਤੇ ਦਿਲ ਇਹਦੇ ਵਿੱਚ ਐਵੇਂ ਕੋਈ 1.5 ਇੰਚ ਦਾ ਨਾ। ਉਹਨੂੰ ਇੱਕ ਦਿਨ ਮੈਂ ਕਿਹਾ, ਵੀਡੀਓ ਮੈਸੇਜ ਬਣਾ ਕੇ ਭੇਜਿਆ ਉਹਨੂੰ, ਇਹ ਮੋਦੀ ਨੂੰ, ਓਏ ਕਾਕਾ ਕਿਤੇ ਵਾਲ ਵੂਲ ਕਾਲੇ ਕਰਾ, ਤੈਨੂੰ ਚੰਡਾ ਚੁੰਡਾ ਮਾਰਨੀਆਂ ਹੁੰਦੀਆਂ ਚਿੱਟੇ ਵਾਲਾਂ ਦੀ ਹਯਾ ਦੀ। ਕਿਹਨੂੰ? ਉਹ ਮੋਦੀ ਨੂੰ। ਹੋਰ ਕਿਹਨੂੰ? ਮੋਦੀ ਨੂੰ ਚੰਡਾ ਮਾਰਨੀ ਹੁੰਦੀ ਤੇ ਹੋਰ ਕਿਹਨੂੰ ਮਾਰਾਂ? ਹਾਫਿਜ਼ ਮੈਨੂੰ ਦੱਸ ਦੇ, ਤੂੰ ਸ਼ਰੀਫ ਆਦਮੀ ਹੈ, ਕੋਈ ਪੁੱਠੀ ਗੱਲ ਕਰ ਤੇ ਹੋ ਸਕਦਾ ਮੇਰੀ ਖੈਰ ਇੱਥੇ ਹੀ ਪੂਰੀ ਹੋ ਜਾਏ। ਉਹ ਕੀ ਕਹਿੰਦੇ ਨੇ, ਬੜਾ ਦੁश्मन बना फिरता है, फिल्मों से डरता है, फनकारों से भी डरता है। ये फिर पंगा ले रहा है हमारे साथ, तो इसके बारे में आप क्या कहेंगे? सिंताज और पानी पे हमें बड़ा तंग कर रहा दोबारा। यार बस है सतलुज, सिंतास, मुआयदा, पानी, ਇਹ ਲੱਗਦਾ ਕੋਈ ਇਹਦੇ ਨਾਲ ਟਾਈਮ ਘਟਿਆ ਫਿਰਦਾ, ਨਾਲ ਉਹ ਡੰਬਰੂ ਦੇ ਮੂੰਹ ਵਾਲਾ। ਓਏ ਉਹਦਾ ਨਾਮ ਮੈਨੂੰ ਨਹੀਂ ਯਾਦ ਹੁੰਦਾ, ਕਿੰਨੇ ਪ੍ਰੋਗਰਾਮਾਂ 'ਚ ਹਰ ਵਾਰੀ ਨਾਂ ਤੂੰ ਦੱਸਿਆ ਯਾਰ। ਉਹ ਬੜਾ ਉਹਦਾ ਪੁਰਾਣੇ ਬੇਰ ਵਰਗਾ ਮੂੰਹ ਹੈਗਾ, ਉਹਦੇ ਪੁੱਤਰ ਦਾ। ਭਾਜੀ ਮੈਨੂੰ ਇਹ ਦੱਸੋ, ਤੁਹਾਡੀ ਫਿਲਮ ਕੰਟਰੋਵਰਸੀ ਦਾ ਸ਼ਿਕਾਰ ਹੁੰਦੀ ਹੈ, ਤੁਹਾਡੀ ਸ਼ਾਇਰੀ ਜਿਹੜੀ ਹੈ ਉਹ ਕੰਟਰੋਵਰਸੀ ਦਾ ਸ਼ਿਕਾਰ ਹੁੰਦੀ ਹੈ। ਚਮਕੀਲਾ ਫਿਲਮ ਸਿਰਫ ਇਸ ਵਜ੍ਹਾ ਤੋਂ ਬੈਨ ਕੀਤੀ ਗਈ ਕਿ ਉਹ ਕਰੈਕਟਰ ਹੀ ਕੰਟਰੋਵਰਸ਼ੀਅਲ ਹੈਗਾ। ਦੇਖੋ ਯਾਰ, ਕੀ ਤੋਬਾ ਤੋਬਾ ਜ਼ੁਲਮ ਕਰਦੇ ਨੇ। ਉਹ ਚਮਕੀਲਾ ਬੈਨ ਕਰਤੀ, ਉਹ ਹਾਲਾਂਕਿ ਇੱਕ ਸਿੰਗਰ ਤੇ ਬਣਾਈ, ਉਹ ਫੋਕ ਸਿੰਗਰ, ਉਹ ਗਾਣੇ ਗਾਉਂਦਾ ਸੀ ਵਿਚਾਰਾ, ਉਹਦੇ ਤੇ ਫਿਲਮ ਬਣਾਈ। ਉਹ ਗੰਦੇ ਗਾਣੇ ਕੀ, ਗੰਦੇ ਤੇ ਰਮਤਾ ਵੀ ਗਾਉਂਦਾ ਸੀ। ਬਾਬਾ ਵੇ ਕਲਾ ਮਰੋੜ ਨੀ ਕੁੜੀਏ ਲਾ ਦੇ ਜ਼ੋਰ, ਬਾਬਾ ਮਾਰ ਨਦਾਬਾ ਨਹੀਂ ਤੇ ਹੋ ਜਾਊ ਖੂਨ ਖਰਾਬਾ, ਤੱਕਾ ਲਾਂਦੀ ਨੂੰ ਸਾ ਚੜ ਗਿਆ ਨੀ ਕਲਾਮ। ਉਹ ਦੇਖੋ ਸਾਡੇ ਪਾਕਿਸਤਾਨੀ ਵੀ ਇਹੋ ਜਿਹੇ ਗਾਣੇ ਲਿਖੇ ਜਾਂਦੇ ਨੇ, ਪਰ ਇਹਨਾਂ ਤੇ ਪਾਬੰਦੀ ਨਹੀਂ ਲਾਈ ਜਾਂਦੀ। ਉਹ ਝੂਠ ਨਾ ਬੋਲ ਯਾਰ ਤੂੰ, ਮੈਂ ਤੈਨੂੰ ਕਹਿਣ ਡਿਆ ਹਾਂ ਤੇਰਾ ਰੰਗ ਚਿੱਟਾ, ਤੂੰ ਸੱਚ ਬੋਲਣਾ ਹੈਗਾ, ਝੂਠ ਬੋਲਣਾ ਪਿਆ। ਇਹ ਤੁਹਾਡੇ 200 ਗਾਣਿਆਂ ਤੇ ਪਾਬੰਦੀ ਲੱਗੀ, ਐਡਾ ਲੰਬਾ ਲਿਸਟੂ ਆਇਆ। ਉਹ ਥੀਏਟਰ ਤੇ ਲੱਗੀ ਏ। ਉਹ ਤੇ ਗੱਲ ਤੇ ਗਾਣਿਆਂ ਤੇ ਲੱਗੀ ਨਾ, ਉਹ ਥੀਏਟਰ ਤੇ ਕਿਹੜਾ ਬਿੱਲੀਆਂ ਦੇ ਉੱਤੇ ਲੱਗ ਗਈ ਪਾਬੰਦੀ ਕਿ ਕੁਰਸੀਆਂ ਦੇ ਥੱਲੇ ਨਹੀਂ ਵੜਨਗੀਆਂ। ਥੀਏਟਰ ਤੇ ਲੱਗੀ ਏ ਪਾਬੰਦੀ, ਉਹ ਥੀਏਟਰ ਤੇ ਤੁਸੀਂ ਉਹ ਗਾਣਿਆਂ ਤੇ ਡਾਂਸ ਨਹੀਂ ਕਰ ਸਕਦੇ, ਕਮਰੇ 'ਚ ਕਰ ਸਕਦੇ ਹੋ, ਦੇਖ ਸਕਦੇ ਹੋ ਹਰ ਚੀਜ਼ ਕਮਰੇ 'ਚ। ਹਾਂ, ਇਹ ਤੇ ਆਪਣਾ ਆਪਣਾ ਇੱਕ ਵਾਹ ਵਾਹ ਵਾਹ, ਉਹ ਗਾਣਾ ਦੇ ਸੁਣਾ, ਦੁੱਧ ਮੱਖਣਾ ਦੀ ਪਲੀ ਨੀ ਮੈਂ ਮਿਸ਼ਰੀ ਦੀ ਡਲੀ। ਹਾਂ, ਵਾਹ ਵਾਹ ਵਾਹ, ਕੀ ਉਹਨੇ ਆਪਣੇ ਮਾਂ-ਬਾਪ ਦੀ ਵਧੀਆ ਸ਼ਾਇਰੀ ਹੈ, ਵਧੀਆ ਸ਼ਾਇਰੀ। ਕੀ ਬਾਤ ਹੈ, ਸੁੱਤੀ ਨੂੰ ਰਗੜਾ ਫੇਰ ਗਿਆ ਮੇਰੇ ਸੁਪਨੇ ਦੇ ਵਿੱਚ ਆ ਕੇ। ਹਾਂ, ਉਹ ਵੀ ਗਾਣਾ ਅੱਛਾ ਹੈ। ਸਾਡਾ ਕਈ ਗਾਣੇ ਤਾਂ ਤੁਸੀਂ ਵੀ ਚੋਰੀ ਕੀਤੇ ਨੇ। ਮੈਂ ਕਹਿੰਦਾ ਮੈਂ ਇੱਕ ਗਾਣਾ ਤੁਹਾਡਾ ਚੋਰੀ ਕੀਤਾ, ਉਹ ਤੁਹਾਡੀ ਜਿਹੜੀ ਫਿਲਮ ਐਕਟਰ ਸੀ, ਸਟੇਜ ਐਕਟਰ ਸੀ ਨਰਗਸ। ਹਾਂਜੀ, ਇਹਨਾਂ ਨੇੜੇ ਨਾ ਹੋ ਦਿਲਦਾਰ ਵੇ ਕੱਲੇ ਸੌਣ ਲੱਗਿਆ। ਹਾਂ ਭਾਜੀ, ਤੁਹਾਡੀ ਫਿਲਮ ਜਿਹੜੀ ਹੈ ਸਤਲੁਜ, ਹਾਂਜੀ, ਇਹਦਾ ਕੈਨੇਡਾ ਅਮਰੀਕਾ ਉਹ ਮੇਰੀ ਕਾਦੀ ਜੀ, ਹੁਣ ਸਾਰੇ ਪਾਕਿਸਤਾਨ ਦੀ ਫਿਲਮ ਹੈਗੀ, ਉਹ ਪਾਕਿਸਤਾਨ ਵੀ ਵੇਖੇ ਸਾਰਾ, ਅੱਗੇ ਦੋਸਤਾਂ ਨੂੰ ਭੇਜੋ। ਨਹੀਂ, ਅਸੀਂ ਕਿਉਂ ਤੁਹਾਡੀ ਫਿਲਮ ਤੇ ਮਿਹਨਤ ਕਰੀਏ? ਉਹ ਯਾਰ ਆਪੇ ਹੀ ਤੁਸੀਂ ਕਹਿੰਦੇ ਹੋ, ਤੁਸੀਂ ਆਪਣੇ ਭਰਾ ਹੈਗੇ ਹੋ, ਨਾਲੇ ਆਪੇ ਕਹਿੰਦੇ ਹੋ ਮਿਹਨਤ ਕਰੀਏ, ਹੁਣ ਪੈਸੇ ਮੰਗ ਲੇਗਾ ਤੂੰ, ਯਾਰ ਕਿੱਡੀ ਬੁਰੀ ਗੱਲ ਹੈਗੀ। ਭਰਾ ਅਸੀਂ ਹੈ, ਇਹਦੇ ਕੋਈ ਸ਼ੱਕ ਨਹੀਂ, ਤੁਸੀਂ ਸਾਡੇ ਭਰਾ ਹੋ। ਹਾਂ, ਲੇਕਿਨ ਹੁਣ ਤੁਹਾਡੀਆਂ ਫਿਲਮਾਂ, ਤੁਹਾਡੀ ਕੰਟਰੋਵਰਸੀ ਨੂੰ ਅਸੀਂ ਕਿਉਂ ਪ੍ਰਮੋਟ ਕਰੀਏ? ਉਹ ਯਾਰ ਕਾਉਂਟਰਵਰਸੀ ਉਹਦੇ 'ਚ ਮੈਂ ਕੀ ਕਰ ਬੈਠਾ? ਤੁਹਾਡਾ ਇੰਟਰਵਿਊ ਕਰਨ ਦਾ ਮਕਸਦ ਸੀ ਲੋਕਾਂ ਨੂੰ ਹਕੀਕਤ ਦੱਸੀ ਜਾਵੇ। ਹਕੀਕਤ ਇਹ ਹੀ ਹੈਗੀ ਜੀ, ਹੁਣ ਸੁਣ ਲੈ ਮੇਰੀ ਫਿਰ ਪੂਰੀ ਗੱਲ। ਹਾਂਜੀ, ਹਕੀਕਤ ਹੈਗੀ ਕਿ ਜੀ ਸੱਚ ਨੂੰ ਛੁਪਾਉਣ ਲਈ ਸਟੈਬਲਿਸ਼ਮੈਂਟ ਇੰਡੀਆ ਦੀ ਨੇ ਉਹ ਫਿਲਮ ਬੈਨ ਕੀਤੀ, ਸੈਂਸਰ ਬੋਰਡ ਨੇ ਬੈਨ ਕੀਤੀ। ਉਹ ਫਿਲਮ ਕੱਟ ਤੇ ਲੱਗਦਾ ਕਿਸੇ ਗਰੀਬ ਦਾ ਬੱਚਾ ਹੈ, ਉਹਦੇ 'ਚ ਇੰਨੇ ਛਿੱਤਰ ਮਾਰੇ ਉਹਦੇ, ਕੱਟ ਕੇ ਉਹਦਾ ਬੇੜਾ ਗਰਕ ਕਰਤਾ। ਜੇ ਇਹਨੂੰ ਬੱਕਰਾ ਕੱਟੀ ਦਾ ਉਂਝ ਫਿਲਮ ਕੱਟਤੀ। ਇਹ ਹਕੀਕਤ ਆਵਾਮ ਨੂੰ, ਇਹ ਹਕੀਕਤ। ਹੋਰ ਮੈਂ ਕੀ ਦੱਸਾਂ? ਦੱਸ ਰਹੇ ਹੋ ਪੰਜਾਬ 95 ਨਾਂ ਰੱਖਿਆ, ਸਤਲੁਜ ਰਹਤਾ, ਹਕੀਕਤ ਦੱਸੋ, ਹਕੀਕਤ ਕੀ ਵਜ੍ਹਾ ਕੀ ਹੈ? ਹਕੀਕਤ ਇਹ ਹੀ ਹੈ ਜੋ ਦੱਸ ਦਿੱਤੀ ਹੈ। ਜਿਹੜਾ 25,000 ਤੋਂ ਜ਼ਿਆਦਾ ਸਿੱਖ ਜਿਹੜੇ ਉੱਥੇ ਉਹਨਾਂ ਨੂੰ ਸਾੜਿਆ ਗਿਆ। ਇਹ ਜਲਿਆਂਵਾਲੇ ਬਾਗ ਦੇ ਵਿੱਚ ਬੰਦਾ ਮਰਿਆ, ਉਹ ਗੋਰੇ ਮਾਰਿਆ,
ਦੁੱਖ ਘੱਟ ਹੋਇਆ, ਲੇਕਿਨ ਲੋਕਾਂ ਦੇ ਮਰਨ ਦਾ ਬੜਾ ਦੁੱਖ ਸੀ। ਇੱਥੇ ਦੁੱਖ ਬਹੁਤਾ ਇਸ ਲਈ ਹੋਇਆ ਕਿ ਇਹ ਆਪਣੇ ਲੋਕਾਂ ਨੇ ਸਾਡੇ ਖਾਲਿਸਤਾਨੀ ਭਰਾ ਮਾਰ ਛੱਡੇ। ਦੇਹ ਬੰਨਾ ਤੇ ਹੈ ਖਾਲਿਸਤਾਨ। ਉਹ ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਸਾਲ ਨੂੰ, 2 ਸਾਲਾਂ ਨੂੰ, 3 ਸਾਲਾਂ ਨੂੰ ਬਣ ਤੇ ਜਾਣਾ ਹੀ ਆ। ਔਰ ਮੋਦੀ ਨੂੰ ਇਹ ਹਕੀਕਤ ਤਸਲੀਮ ਕਰ ਲੈਣੀ ਚਾਹੀਦੀ ਹੈ। ਮੋਦੀ ਮੰਨ ਜਾਏ ਤਾਂ ਗੱਲ ਹੀ ਕੁਛ ਨਹੀਂ ਹੈਗੀ। ਮੋਦੀ ਮੰਨਦਾ ਨਹੀਂ। ਮੋਦੀ ਦੀ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਉਹਦਾ ਮਾਪਿਓ ਨੂੰ ਮਿਲਣਾ ਛੱਡ ਗਿਆ। ਉਹ ਤਾਂ ਦੁਨੀਆ ਤੋਂ ਛੱਡ ਗਏ ਨੇ। ਉਹ ਇਸੇ ਇਹਦੇ ਦੁੱਖੋਂ ਹੀ, ਇੱਕ ਸੀਟੂ ਦੇ ਮੂੰਹ ਵਾਲੇ ਦੀ ਵਜ੍ਹਾ ਤੋਂ ਉਹ ਦੁਨੀਆ ਛੱਡ ਗਏ। ਉਹ ਬੜੇ ਪਰੇਸ਼ਾਨ ਸਨ। ਮੈਨੂੰ 1-2 ਵਾਰੀ ਉਹਨਾਂ ਨੇ ਦੱਸਿਆ ਕਿ ਅਸੀਂ ਬੜੇ ਪਤਾ ਨਹੀਂ ਕੀ ਔਲਾਦ ਜੰਮ ਪਏ ਆ। ਉਹ ਸੁਣਿਆ ਕੈਰੀ ਔਨ ਜੱਟਾ ਦਾ ਡਾਇਲੌਗ, ਗੰਦੀ ਔਲਾਦ ਨਾ ਮਜ਼ਾ ਨਾ ਸਵਾਦ। ਇਹ ਉਹ ਕਿਸੇ ਆਮ ਬੰਦੇ ਦੇ ਬਾਰੇ ਨਹੀਂ ਕਿਹਾ ਸੀ, ਮੋਦੀ ਦੇ ਬਾਰੇ, ਇਹ ਮੋਦੀ ਦੇ ਬਾਰੇ ਕਿਹਾ ਸੀ। ਬੜਾ ਪਹੁੰਚਿਆ ਤੂੰ। ਮੈਨੂੰ ਇਹ ਪਤਾ ਚੱਲਿਆ ਕਿ ਤੁਹਾਨੂੰ ਇੰਡੀਆ ਆਉਣ ਦੀ ਇਜਾਜ਼ਤ ਨਹੀਂ ਹੈਗੀ, ਤੁਸੀਂ ਉੱਥੇ ਨਹੀਂ ਆ ਸਕਦੇ। ਮੈਂ ਕਿੰਨੀ ਵਾਰੀ ਹੋ ਕੇ ਗਿਆ ਪੰਜਾਬ ਚੋਂ। ਤੁਹਾਨੂੰ ਇੱਕ ਸਪੈਸ਼ਲ ਪ੍ਰੋਗਰਾਮ ਵਾਸਤੇ ਬੁਲਾਇਆ ਗਿਆ ਸੀ। ਬਸ ਇੰਨਾ ਹੀ ਹੁੰਦਾ। ਬਸ ਤੈਨੂੰ ਪਤਾ ਟਾਈਮ ਘੱਟ ਹੁੰਦਾ। ਕਿੰਨਾ ਆਸਾਨ ਹੈਗਾ ਬਾਹਰ ਦੇ ਮੁਲਕ ਬਹਿ ਕੇ ਆਪਣੇ ਹੁਕਮਰਾਨਾਂ ਦੇ ਖਿਲਾਫ ਬੋਲਣਾ ਤੇ ਉਹਨਾਂ ਦੇ ਖਿਲਾਫ ਤਹਿਰੀਕ ਚਲਾਣਾ। ਮੈਂ ਤਾਂ ਕਦੀ ਵੀ ਨਹੀਂ ਬੋਲਿਆ ਉਹਨਾਂ ਦੇ ਖਿਲਾਫ। ਇਹ ਬੋਲ ਰਹੇ ਹੋ ਤੁਸੀਂ। ਨਾ 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 ਨਾ, ਇਹ ਤੇ ਤੂੰ ਬੁਲਵਾ ਰਿਹਾ ਮੈਨੂੰ। ਤੂੰ ਕਿਹਾ ਜੇ ਪੈਸੇ ਲੈਣੇ ਨੇ ਤੇ ਉਹਦੇ ਖਿਲਾਫ ਬੋਲੋ। ਤਹਿਰੀਕ ਖਾਲਿਸਤਾਨ और बड़ी अच्छी चीज है। ਤੁਹਾਨੂੰ ਲੱਗਦਾ ਤੁਹਾਡਾ ਹੋਣਾ ਚਾਹੀਦਾ ਮੁਲਕ ਖਾਲਿਸਤਾਨ बनना चाहिए, लेकिन अपने मुल्क की जाके तहरीक चलाओ। ਓਏ ਮੁਲਕ 'ਚ ਚਲਾਈ ਸੀ ਤੇ ਦੇਖ ਬੰਦਾ ਕਿੰਨਾ ਮਾਰ ਛੱਡਿਆ। ਹੁਣ ਜ਼ਰਾ ਲੁਕ ਛੁਪ ਕੇ ਚਲਾਣ ਡਏ ਆ। ਹੌਲੀ 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 ਮੋਦੀ, ਹੌਲੀ ਹੌਲੀ ਫਿਰ ਅਸੀਂ ਆ ਰਹੇ ਆ। ਤਿਆਰੀ ਫੜ ਲੈ। ਫਿਰ ਉਸਮਾਨ ਮੈਨੂੰ ਦੇ ਇਜਾਜ਼ਤ। ਕਿੱਥੇ ਜਾ ਰਹੇ ਹੋ? ਉਹ ਮੇਰੀ ਬਾਹਰ ਆ ਗਈ ਗੋਰੀ ਮੇਮ ਸੇਲੀ। ਅੱਛਾ। ਮੈਂ ਜ਼ਰਾ ਉਹਦੇ ਨਾਲ ਜਿਮ ਜਾਣਾ। ਅੱਛਾ। ਆ ਤੇ ਉਹ ਮੌਸਮ ਵੀ ਆ ਗਿਆ ਨਾਲ, ਸਭਾ ਬੱਟ ਵੀ ਆਈ ਤੇ ਮੈਂ ਕਿਹਾ ਜ਼ਰਾ ਜਿਮ ਲਾ ਆਈਏ। ਅੱਛਾ ਹੈ ਤੇ ਤੂੰ ਦੇ ਕਲੋਜ਼ਿੰਗ ਤੇ ਮੈਨੂੰ ਦੇ ਇਜਾਜ਼ਤ। ਤੇ ਲੋਕੋ ਵੇਖਦੇ ਰਹੋ ਨਕਲਬਾਜ਼ੀਆਂ। ਇਹ ਨਕਲਬਾਜ਼ੀਆਂ ਮਜ਼ਾਕ ਦੇ ਵਿੱਚ ਅਸੀਂ ਬੜੀ ਸੀਰੀਅਸ ਗੱਲ ਕਰਨੇ ਆ। ਇਹਨੂੰ ਵੇਖਿਆ ਕਰੋ ਤੇ ਇਹਨੂੰ ਸਬਸਕ੍ਰਾਈਬ ਵੀ ਕਰਿਆ ਕਰੋ। ਸਮਝ ਗਏ ਹੋ? ਮੋਦੀ ਨਾਲ ਨਫ਼ਰਤ ਦਾ ਇਜ਼ਹਾਰ, ਇਹ ਚੈਨਲ ਸਬਸਕ੍ਰਾਈਬ ਤੇ ਫਾਲੋ ਤੇ ਲੋਕਾਂ ਨੂੰ ਸ਼ੇਅਰ ਕਰੋ ਤਾਂ ਕਿ ਮੋਦੀ ਜੈਲਸ ਹੋਵੇ। सत श्री अकाल। भाजी तो चले गए एक्सरसाइज करने के लिए, उनके कुछ दोस्त आए, उन्होंने नाम भी लिया उनका, उनके एक्सरसाइज का टाइम हो गया। तंज़ो मज़ाह में हमने नकलबाजिया प्रोग्राम में वो इशू हाईलाइट किया है जो वाकई एक सीरियस इशू है, और ये हमारे एक डमी करैक्टर दिलजीत दोसांझ जो एज अ इमरान नवाब, जो आपको पता है एक जानी पहचानी शख्सियत है और नकलबाजियाँ फैमिली का वो सबसे अहम सतून है, तो वो करैक्टर करते हैं। तो आज उन्होंने दिलजीत दोसांझ का किया सिर्फ आपको बताने के लिए कि सतलुज फिल्म की स्टोरी है क्या, सतलुज फिल्म से मोदी इतना खौफजदा क्यों है। अब मोदी जो है अपने आप को इतना बहादुर दिखाने की, और वो दिखाने की कोशिश करता है, इंटरनेशनल ममालिक में जाके वो अपनी दोस्ती के किस्से लोगों को सुना रहा होता है, लोगों को जाके जफ्फियाँ ज़बरदस्ती डालने की कोशिश कर रहा होता है, हाथ मिला रहा होता है, बहुत सारी चीज़ें जो हैं ड्रामा कर रहा होता है। लेकिन जब भी कोई फिल्म इंडिया में हकीकत पर बनाई जाती है तो उसको वो बैन कर देता है, इवन के सोशल मीडिया पे भी उसको डिलीट करवा दिया जाता है। लेकिन जिन्होंने सतलुज मूवी नहीं देखी वो सतलुज मूवी देखें और इसको इतना ज़्यादा शेयर करें ताकि ये आवाज़ जो बंद थी, जो किताबों में उसमें कागज़ों में बंद हो चुकी थी और इसको छुपा दिया गया था, इन हक़ाइक़ पे बने। और तहरीक खालिस्तान जो है, जो हमारे सरदार भाई जो इस तहरीक को चला रही है, उनका हक़ बनता है, उनका हक़ बनता है कि खालिस्तान बने, और खालिस्तान की ख्वाहिश, आज़ाद मुल्क की ख्वाहिश हर बंदे की होती है। अपना और अपने गिरदोनवा के लोगों का ख्याल रखिएगा। उम्मीद करते हैं आपको आज का नकलबाजिया जो है वो पसंद आया होगा। अल्लाह ताला आपका, मेरा, हम सब का और ख़ासकर पाकिस्तान का हामी और नासिर हो। अल्लाह हाफिज़। पाकिस्तान जिंदाबाद।